ਹੈਲੋ ਸਟੂਡੈਂਟਸ, ਅੱਜ ਆਪਾਂ ਫਿਰ ਜਿਹੜਾ ਹੈ ਇਕਾਂਗੀ ਦਾ ਅਗਲਾ ਪਾਰਟ ਕਰਾਂਗੇ, ਜਿਹਦੇ ਵਿੱਚ ਪਿਛਲੀ ਵਾਰੀ ਆਪਾਂ ਜਿਹੜਾ ਹੈ ਪੇਜ ਨੰਬਰ 12 ਤੱਕ ਇਕਾਂਗੀ ਪੜ੍ਹੀ ਸੀ, ਜਿਹਦੇ ਵਿੱਚ ਨੈਣ ਦੇ ਵੱਲੋਂ ਕੌਰਾ ਨੂੰ ਸੱਚਾਈ ਦੱਸੀ ਗਈ ਸੀ ਉਹਦੇ ਧੀ ਦੇ ਰਿਸ਼ਤੇ ਦੀ। ਔਰ ਉਸ ਸਮੇਂ ਜਿਹੜੀ ਆ ਕੌਰਾ ਬਹੁਤ ਪਰੇਸ਼ਾਨ ਸੀ ਕਿ ਉਹਦੀ ਧੀ ਦਾ ਰਿਸ਼ਤਾ ਇੱਕ ਇਹੋ ਜਿਹੇ ਘਰ ਦੇ ਵਿੱਚ ਹੋ ਰਿਹਾ ਹੈ ਜਿਹੜਾ ਮੁੰਡਾ ਵਡੇਰੀ ਉਮਰ ਦਾ ਹੈ ਤੇ ਸਿਰਫ ਜਿੱਦ ਦੇ ਵਿੱਚ ਆ ਕੇ ਉਹ ਇਹ ਰਿਸ਼ਤਾ ਜੋੜਦਾ ਪਿਆ ਹੈ। ਅੱਜ ਪੇਜ ਨੰਬਰ 13 ਤੋਂ ਜਿਹੜਾ ਹੈ ਫਿਰ ਆਪਾਂ ਕੰਟੀਨਿਊ ਕਰਾਂਗੇ। ਸ਼ੁਰੂ ਕਰਦੇ ਰਾਜੇ। ਨੈਣ, ਨਹੀਂ ਬੇਬੇ, ਕੋਈ ਘਾਬਰਨ ਦੀ ਲੋੜ ਨਹੀਂ ਹੈ। ਵਰ ਹੋਰ ਬਥੇਰੇ ਕੁੜੀਆਂ ਵੀ ਕਦੀ ਕੁਆਰੀਆਂ ਰਹੀਆਂ ਨੇ। ਹੁਣ ਜਦੋਂ ਕੌਰਾ ਜਿਹੜੀ ਹੈ ਉਹ ਰਿਸ਼ਤੇ ਦੀ ਸੱਚਾਈ ਜਾਣ ਕੇ ਘਬਰਾ ਜਾਂਦੀ ਹੈ, ਦੁਖੀ ਹੁੰਦੀ ਹੈ ਨਾ, ਤਾਂ ਉਸ ਸਮੇਂ ਨੈਣ ਉਹਨੂੰ ਹੌਸਲਾ ਦਿੰਦੀ ਹੈ ਕਿ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ, ਕੋਈ ਨਹੀਂ, ਕਿਸੇ ਦੀ ਧੀ ਜਿਹੜੀ ਹੈ ਉਹ ਕੁਆਰੀ ਨਹੀਂ ਰਹਿੰਦੀ। ਜੇ ਇੱਕ ਰਿਸ਼ਤਾ ਨਹੀਂ ਹੋਇਆ ਤਾਂ ਰਿਸ਼ਤੇ ਹੋਰ ਜਿਹੜੇ ਆ ਬਥੇਰੇ ਮਿਲਣਗੇ। ਕੌਰਾ ਉੱਠ ਕੇ ਨੈਣ ਦੇ ਕੋਲ ਜਾਂਦੀ ਹੈ। ਵੇਖੇ ਨਾ ਰਾਣੀ, ਸਾਡੇ ਤੁਹਾਡੇ ਘਰਾਂ ਦੇ ਪੜਦੇ ਹੁੰਦੇ ਨੇ, ਵੇਖੀ ਅੱਗੋਂ ਨਾ ਗੱਲ ਕਰੀ, ਕਿਤੇ ਨਹੀਂ ਤਾਂ ਸਾਰੇ ਉੱਡ ਜਾਏਗੀ। ਉੱਡ ਜਾਏਗੀ ਮਤਲਬ ਬਦਨਾਮੀ ਹੋ ਜਾਏਗੀ। ਤੇ ਇੱਜ਼ਤ ਲੱਤੀ ਤੇ ਹਜ਼ਾਰੀ ਹੱਥ ਨਹੀਂ ਆਉਂਦੀ। ਜਿਹੜੀ ਕੌਰਾ ਹੈ ਨਾ, ਤੁਹਾਨੂੰ ਪਤਾ ਹੈ ਕਿ ਉਹਨੂੰ ਆਪਣੇ ਸਕਾ ਸੰਬੰਧੀਆਂ ਦੀ ਤੇ ਰਿਸ਼ਤੇਦਾਰਾਂ ਦੀ, ਸਮਾਜ ਦੀ ਬੜੀ ਚਿੰਤਾ ਸੀ ਕਿ ਉਹਨੂੰ ਉਹਦੀ ਬਦਨਾਮੀ ਹੋਏਗੀ। ਇੱਥੇ ਵੀ ਜਿਹੜੀ ਕੌਰਾ ਹੈ ਉਹਨੂੰ ਚਿੰਤਾ ਹੈ ਕਿ ਜੇ ਨੈਣ ਨੇ ਸਾਰੇ ਪਿੰਡ ਦੇ ਵਿੱਚ ਜਾ ਕੇ ਰੌਲਾ ਪਾ ਦਿੱਤਾ ਕਿ ਮੇਲੋ ਦਾ ਰਿਸ਼ਤਾ ਜਿਹੜਾ ਹੈ ਉਹ ਕਿਹੋ ਜਿਹੇ ਘਰ ਦੇ ਵਿੱਚ ਹੋ ਰਿਹਾ ਨਾ, ਤਾਂ ਸਾਰੇ ਪਿੰਡ ਦੇ ਵਿੱਚ ਉਹਦੀ ਜਿਹੜੀ ਹੈ ਉੱਡ ਜਾਏਗੀ, ਮਤਲਬ ਬਦਨਾਮੀ ਹੋਏਗੀ। ਔਰ ਇੱਕ ਵਾਰੀ ਜੇਕਰ ਇੱਜ਼ਤ ਲੱਥ ਗਈ ਨਾ ਤੇ ਹਜ਼ਾਰਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਜਿਹੜੀ ਆ ਇੱਜ਼ਤ ਵਾਪਸ ਨਹੀਂ ਆਉਣੀ। ਇੱਕ ਵਾਰੀ ਜੇਕਰ ਬਦਨਾਮੀ ਹੋ ਜਾਵੇ ਤਾਂ ਇੱਜ਼ਤ ਬਣਾਉਣੀ ਬਹੁਤ ਔਖੀ ਹੈ। ਨੈਣ, ਨਹੀਂ ਬੇਬੇ, ਤੂੰ ਤਸੱਲੀ ਰੱਖ, ਅਸੀਂ ਇਹੋ ਜਿਹੇ ਲੋਕੀ ਨਹੀਂ, ਸਾਨੂੰ ਸਾਰਿਆਂ ਦੀਆਂ ਗੱਲਾਂ ਦਾ ਪਤਾ ਹੈ। ਜੇ ਇੱਦਾਂ ਅਸੀਂ ਦੱਸਦੇ ਫਿਰੀਏ ਤਾਂ ਗੁਜ਼ਾਰਾ ਕਿੱਥੇ ਆ। ਸੋ ਨੈਣ ਜਿਹੜੀ ਆ ਉਹ ਕੌਰਾ ਨੂੰ ਕਹਿੰਦੀ ਆ ਕਿ ਉਹਨੂੰ ਜਿਹੜਾ ਹੈ ਪਿੰਡ ਦੇ ਕਈ ਘਰਾਂ ਦੀਆਂ ਜਿਹੜੀਆਂ ਆ ਛੁਪੇ ਹੋਏ ਭੇਦਾਂ ਦਾ ਪਤਾ ਹੈ, ਪਰ ਉਹ ਇਹੋ ਜਿਹੇ ਲੋਕ ਨਹੀਂ ਆ ਕਿ ਇੱਧਰ ਦੀ ਗੱਲ ਉੱਧਰ ਕਰਦੇ ਫਿਰਨ। ਹਾਲਾਂਕਿ ਨੈਣ ਦਾ ਕੰਮ ਜਿਹੜਾ ਇੱਧਰ ਗੱਲਾਂ ਇੱਧਰ ਦੀਆਂ ਉੱਧਰ ਤੇ ਉੱਧਰ ਦਾ ਗੱਲਾਂ ਇੱਧਰ ਕਰਨਾ ਹੀ ਹੁੰਦਾ ਆ। ਪਰ ਕੌਰਾ ਜਿਹੜੀ ਆ ਉਹ ਘਬਰਾਉਂਦੀ ਹੈ ਕਿ ਕਿਤੇ ਨੈਣ ਰੌਲਾ ਨਾ ਪਾ ਦੇਵੇ ਸਾਰੇ ਪਿੰਡ ਦੇ ਵਿੱਚ। ਕੌਰਾ, ਹੇਖਾ ਰਾਣੀ, ਚੇਤਾ ਰੱਖੀ ਭੁੱਲੀ ਨਾ। ਨੈਣ, ਤੂੰ ਜਰਾ ਵੀ ਤੌਖਲਾ ਨਾ ਕਰ। ਤੌਖਲਾ ਮਤਲਬ ਚਿੰਤਾ ਨਾ ਕਰ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਕੌਰਾ, ਵੇਖੇ ਕੋਈ ਕਰਮਾਂ ਦੀ ਗੱਲ ਜੇ, ਜਿਹੜਾ ਢੋਲ ਬਣਾਉਂਦੇ ਆ ਉਹਦੇ ਵਿੱਚ ਕੋਈ ਵਿਗਨ ਹੁੰਦਾ, ਰੁਕਾਵਟ ਪੈ ਜਾਂਦੀ ਹੈ। ਬੜੇ ਵਕਤਾਂ ਨਾਲ ਕੁਝ ਸਬੱਬ ਮਤਲਬ ਕੋਈ ਕਾਰਨ ਬਣਿਆ ਸੀ, ਉਹਦੀ ਧੀ ਦਾ ਰਿਸ਼ਤਾ ਹੋਇਆ ਸੀ। ਕਿੰਨੀ ਦੇਰ ਤੋਂ ਕੌਰਾ ਚਿੰਤਾ ਦੇ ਵਿੱਚ ਸੀ, ਫਿਕਰਾਂ ਦੇ ਵਿੱਚ ਸੀ, ਤੇ ਮਸੀਂ ਜਿਹੜੀ ਹੈ ਵਾਹਿਗੁਰੂ ਦੀ ਕਿਰਪਾ ਹੋਈ ਸੀ, ਰੱਬ ਦੀ ਮਿਹਰ ਹੋਈ ਸੀ, ਉਹਦੀ ਧੀ ਦਾ ਰਿਸ਼ਤਾ ਜੁੜਿਆ ਸੀ। ਪਰ ਉਹਦੇ ਵਿੱਚ ਵੀ ਕੀ ਹੋਇਆ ਸੀ, ਰੁਕਾਵਟ ਆ ਗਈ ਸੀ, ਕਿਉਂਕਿ ਜਿੱਥੇ ਰਿਸ਼ਤਾ ਹੋਣਾ ਸੀ ਉਹ ਕੌਰਾ ਨੂੰ ਪਸੰਦ ਨਹੀਂ ਆਇਆ ਸੀ। ਸੋ ਇਹਦੇ ਤੋਂ ਵੀ ਖੱਟਾ ਹੋ ਗਿਆ, ਮਨ ਉਹਦਾ ਜਿਹੜਾ ਸੀ ਨਾ ਖੱਟਾ ਹੋ ਗਿਆ ਸੀ ਇਸ ਰਿਸ਼ਤੇ ਤੋਂ ਵੀ। ਸਗੋਂ ਉਲਟੀ ਚਿੰਤਾ ਚੰਬੜ ਗਈ ਆ। ਉਲਟਾ ਜਿਹੜੀ ਹੈ ਕੌਰਾ ਨੂੰ ਚਿੰਤਾ ਸਤਾਉਣ ਲੱਗ ਪਈ ਸੀ ਕਿ ਹੁਣ ਕੀ ਬਣੇਗਾ। ਜੇ ਨੈਣ ਨੇ ਕਿਤੇ ਅੱਗੇ ਗੱਲ ਕਰ ਦਿੱਤੀ ਤਾਂ ਸਾਰੇ ਉੱਡ ਜਾਏਗੀ, ਮਤਲਬ ਬਦਨਾਮੀ ਹੋ ਜਾਏਗੀ। ਘਰੋਂ ਖਾਲੀ ਨਹੀਂ ਸੀ ਜਾਣ ਦੇਣਾ ਚਾਹੀਦਾ। ਅੱਛਾ, ਹੁਣ ਜਾ ਕੇ ਕੁਝ ਦੇ ਆਉਣੀ ਆ। ਸੰਦੂਕ ਖੋਲ ਕੇ ਉਹਦੇ ਵਿੱਚ ਇੱਕ ਚੁੰਨੀ ਕੱਢਦੀ ਹੈ ਤੇ ਥੋੜੇ ਜਿਹੇ ਚੌਲ ਉਹਦੇ ਲੜ ਬੰਨ ਲੈਂਦੀ ਹੈ। ਲੜ ਹੁੰਦਾ ਕਿਨਾਰੇ ਦੇ ਨਾਲ, ਕੰਨੀ ਦੇ ਨਾਲ ਬੰਨ ਲੈਂਦੀ ਚੌਲ। ਲੱਜ, ਤੂੰ ਇੱਥੇ ਰੋ, ਜਦੋਂ ਤੇਰਾ ਭਾਈਆ ਆਵੇ ਤਾਂ ਉਹਨੂੰ ਕਹੀਂ ਵੀ ਮੈਂ ਹੁਣੇ ਆਉਣੀ ਆ। ਲਾਜੋ, ਨਾ ਮੈਂ ਵੀ ਨਾਲ ਚੱਲੂ, ਮੈਂ ਇਕੱਲੀ ਨਹੀਂ ਰਹਿਣਾ ਇੱਥੇ। ਕੌਰਾ, ਮੈਂ ਆਈ ਕਿ ਆਈ, ਤੂੰ ਬੈਠ, ਚੱਲ ਉੱਥੇ ਚੀਜੀ ਲੈ ਕੇ ਨਾਲੇ ਗੁੱਡੀਆਂ ਦੇ ਨਾਲ ਖੇਡ। ਲਾਜੋ ਚੀਜੀ ਵੱਲੋਂ ਖੁਸ਼ ਹੋ ਕੇ ਅੱਛਾ ਛੇਤੀ ਐਵੇਂ ਆਪਣੀਆਂ ਗੁੱਡੀਆਂ ਵੱਲ ਦੌੜ ਜਾਂਦੀ ਹੈ। ਕੌਰਾ ਚਲੇ ਜਾਂਦੀ ਹੈ। ਲਾਜੋ, ਆਹਾ ਜੀ, ਅਸੀਂ ਗੁੱਡੀਆਂ ਨੂੰ ਨਵੇਂ ਕੱਪੜੇ ਪਾਵਾਂਗੇ। ਗੁੱਡੀਆਂ ਨੂੰ ਪੱਛੀ ਮਤਲਬ ਟੋਕਰੀ ਦੇ ਵਿੱਚੋਂ ਕੱਢਦੀ ਹੈ। ਬਹਿ ਜਾ, ਗੁੱਡੀ ਡਿੱਗ ਪੈਂਦੀ ਹੈ। ਕਿਉਂ ਨਹੀਂ ਰੁੱਸ ਗਈ ਹੈ? ਉਹਨੂੰ ਫਿਰ ਚੁੱਕ ਕੇ ਬਿਠਾਲਦੀ ਹੈ। ਬਹਿ ਜਾ, ਮੈਂ ਤੈਨੂੰ ਚੀਜੀ ਦੇਵਾਂਗੀ। ਗੁੱਡੀ ਫਿਰ ਡਿੱਗ ਪੈਂਦੀ ਹੈ। ਨਹੀਂ, ਅਜੇ ਵੀ ਰੁੱਸੀ ਪਈ ਹੈ? ਜਾਂ ਫਿਰ ਸਿੱਧਾ ਕਹੋ ਨਾ ਭਈ ਨੀਂਦਰ ਆਈ ਹੈ। ਗੁੱਡੀ ਨੂੰ ਜ਼ਮੀਨ ਉੱਤੇ ਲਟਾ ਕੇ ਦੋਹਾਂ ਹੱਥਾਂ ਨਾਲ
ਥਾਪੜਦੀ ਹੈ, ਚੰਗਾ ਸੌਂ ਜਾ। ਸੋ ਇਹਨਾਂ ਸਤਰਾਂ ਦੇ ਵਿੱਚ ਜਿਹੜੀ ਹੈ ਨਾ ਲਾਜੋ ਉਹਦਾ ਭੋਲਾਪਨ ਦਿਖਾਇਆ ਗਿਆ ਆ ਕਿ ਲਾਜੋ ਜਿਹੜੀ ਮਹਿਜ਼ 6-7 ਵਰਿਆਂ ਦੀ ਕੁੜੀ ਹੈ ਔਰ ਜਿਹਦੀ ਉਮਰ ਹਜੇ ਗੁੱਡੀਆਂ ਪਟੋਲਿਆਂ ਦੇ ਨਾਲ ਖੇਡਦੀ ਹੈ, ਹਜੇ ਉਹ ਗੁੱਡੀਆਂ ਦੇ ਨਾਲ ਜਿਹੜੇ ਆ ਆਪਣੇ ਭਾਵਾਂ ਨੂੰ ਪ੍ਰਗਟਾਉਂਦੀ ਹੈ ਕਿ ਕਦੀ ਉਹਦੀਆਂ ਗੁੱਡੀਆਂ ਰੁੱਸ ਜਾਂਦੀਆਂ, ਡਿੱਗ ਜਾਂਦੀਆਂ ਨੇ ਤੇ ਉਹਨਾਂ ਨੂੰ ਉਹ ਮਨਾਉਂਦੀ ਫਿਰਦੀ ਹੈ। ਸੋ ਇਹਦੇ ਵਿੱਚ ਜਿਹੜਾ ਹੈ ਲਾਜੋ ਦਾ ਭੋਲਾਪਨ ਦਿਖਾਇਆ ਗਿਆ ਆ। ਹੋਰ ਗੁੱਡੀ ਨੂੰ ਕੱਢ ਕੇ ਬਿਠਾਲਦੀ ਹੈ, ਉਹ ਵੀ ਡਿੱਗ ਪੈਂਦੀ ਹੈ। ਨੀ ਤੂੰ ਵੀ ਰੁੱਸ ਗਈ ਹੈ, ਚੰਗਾ ਮੈਂ ਤੇਰਾ ਵਿਆਹ ਕਰ ਦਿੰਨੀ ਆ। 2 ਹੋਰ ਗੁੱਡੀਆਂ ਨੂੰ ਕੱਢ ਕੇ, ਇੱਕ ਵੱਡੀ ਹੈ ਤੇ ਇੱਕ ਛੋਟੀ, ਦੋਹਾਂ ਨੂੰ ਚੰਗੀ ਤਰ੍ਹਾਂ ਵੇਖ ਕੇ ਇਹਦੇ ਨਾਲ ਕਿ ਇਹਦੇ ਨਾਲ ਦੋਹਾਂ ਨੂੰ ਜ਼ਮੀਨ ਤੇ ਬਿਠਾਲ ਕੇ ਉਹ ਇਹ ਨਿੱਕੀ ਹੈ ਉਹਦੇ ਨਾਲ ਨਹੀਂ, ਉਹ ਵੱਡੀ ਹੈ, ਗੁੱਡੀਆਂ ਨੂੰ ਬਦਲ ਦਿੰਦੀ ਹੈ। ਸੋ ਇੱਥੇ ਜਿਹੜਾ ਹੈ ਕੌਰਾ ਦੇ ਲਾਜੋ ਦੇ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਲਾਜੋ ਜਦੋਂ ਆਪਣੀਆਂ ਗੁੱਡੀਆਂ ਦਾ ਵਿਆਹ ਕਰਦੀ ਹੈ ਤੇ ਉਹ ਵੇਖਦੀ ਹੈ ਨਾ ਕਿ ਇਹਦੇ ਵਿੱਚ ਇੱਕ ਗੁੱਡੀ ਵੱਡੀ ਹੈ, ਇੱਕ ਛੋਟੀ ਹੈ, ਤਾਂ ਦੋਨਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਬਣਦਾ, ਤਾਂ ਉਹ ਜਿਹੜੀ ਹੈ ਗੁੱਡੀਆਂ ਦੇ ਰਾਹੀਂ ਹੀ ਇਹ ਦਿਖਾਉਣਾ ਚਾਹੁੰਦੀ ਹੈ ਕਿ ਰਿਸ਼ਤਾ ਜਿਹੜਾ ਹੈ ਉਹ ਹਮੇਸ਼ਾ ਬਰਾਬਰ ਦੀ ਉਮਰ ਵਾਲਿਆਂ ਦੇ ਵਿੱਚ ਹੀ ਹੁੰਦਾ ਹੈ। ਅਣਜੋੜ ਵਿਆਹ ਜਿਹੜਾ ਹੈ ਉਹ ਇੱਕ ਭੈੜੀ ਰੀਤ ਹੈ ਜਿਹਨੂੰ ਕਿ ਜੜੋਂ ਖਤਮ ਕਰਨਾ ਚਾਹੀਦਾ ਹੈ। ਸੋ ਇਹਦੇ ਰਾਹੀਂ ਜਿਹੜਾ ਹੈ ਸਾਨੂੰ ਲੇਖਕ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਲਾਜੋ ਜਿਹੜੀ ਹੈ ਉਹ ਆਪਣੇ ਗੁੱਡੀਆਂ ਦੇ ਰਾਹੀਂ ਇਹ ਸੁਨੇਹਾ ਸਾਨੂੰ ਦੇ ਰਹੀ ਹੈ। ਹੁਸ਼ਿਆਰਚੰਦ ਆਉਂਦਾ ਹੈ। ਹੁਸ਼ਿਆਰਚੰਦ ਮੁੰਨੀ ਮਾਂ ਕਿੱਥੇ ਹੈ? ਲਾਜੋ ਹੈਰਾਨ ਹੋ ਕੇ ਸਿਰ ਚੁੱਕ ਕੇ ਪਿਓ ਵੱਲ ਵੇਖਦੀ ਹੈ, ਕਹਿੰਦੀ ਸੀ ਭਈ ਆਉਣੀ ਆ। ਹੁਸ਼ਿਆਰਚੰਦ ਮੈਂ ਪੁੱਛਣਾ ਆ ਉਹ ਹੈ ਕਿੱਥੇ? ਲਾਜੋ ਉਹ ਕਹਿੰਦੀ ਸੀ ਮੈਂ ਛੇਤੀ ਆਵਾਂਗੀ, ਭਾਈਆ ਆਵੇ ਤਾਂ ਉਹਨੂੰ ਦੱਸ ਦਈ ਮੈਂ ਛੇਤੀ ਆਵਾਂਗੀ। ਹੁਸ਼ਿਆਰਚੰਦ ਕਿੱਡੀ ਕਮਲੀ ਹੈ, ਜਾਂ ਸੱਦ ਲਿਆ ਉਹਨੂੰ ਕੋ ਛੇਤੀ ਆ। ਲਾਜੋ ਠਹਿਰ ਜਾ, ਮੈਂ ਗੁੱਡੀਆਂ ਨੂੰ ਰੱਖ ਕੇ ਜਾਉਂ। ਹੁਸ਼ਿਆਰਚੰਦ ਭੱਜ ਕੇ ਜਾ ਛੇਤੀ। ਲਾਜੋ ਦੌੜੀ ਜਾਂਦੀ ਹੈ। ਬੇਬੇ ਹੁਸ਼ਿਆਰ ਜਦੋਂ ਵੇਖੋ ਉਦੋਂ ਬਾਹਰ, ਪਤਾ ਨਹੀਂ ਬੁੱਢੀਆਂ ਦੇ ਘਰ ਪਿਆਰ ਕਿਉਂ ਨਹੀਂ ਲੱਗਦੇ। ਲਾਜੋ ਤੇ ਕੌਰਾ ਆਉਂਦੀਆਂ ਹਨ। ਲਾਜੋ ਮਾਂ ਨੂੰ ਦੁਪੱਟੇ ਤੋਂ ਫੜੀ ਆਉਂਦੀ ਹੈ, ਲੈ ਭਾਈਆ ਆ ਗਈ ਹੋ। ਇਹ ਅੱਗੇ ਹੌਲੀ ਹੌਲੀ ਆਉਂਦੀ ਸੀ ਪਈ। ਹੁਸ਼ਿਆਰਚੰਦ ਤੂੰ ਕਿੱਥੇ ਜਾ ਕੇ ਬਹਿ ਗਈ ਸਾਂ? ਕੌਰਾ ਤੇਰੇ ਕਾਰ, ਮੈਨੂੰ ਕਾਰ ਹੁੰਦਾ ਕੰਮ, ਮੈਨੂੰ ਜ਼ਹਿਰ ਲੱਗਦੇ ਨੇ। ਹੁਣ ਇਹਦੇ ਵਿੱਚ ਜਿਹੜੀ ਕੌਰਾ ਹੈ ਉਹ ਹੁਸ਼ਿਆਰਚੰਦ ਦਾ ਵਿਰੋਧ ਕਰਦੀ ਹੋਈ ਨਜ਼ਰ ਆਉਂਦੀ ਹੈ ਕਿ ਉਹਦੇ ਕੰਮ, ਕਿਹਦੇ ਕੰਮ? ਹੁਸ਼ਿਆਰਚੰਦ ਦੇ ਕੰਮ ਜਿਹੜੇ ਆ ਨਾ ਉਹਨੂੰ ਜ਼ਹਿਰ ਵਰਗੇ ਲੱਗਦੇ ਆ, ਕਿਉਂਕਿ ਕੋਈ ਵੀ ਕੰਮ ਜਿਹੜਾ ਆ ਉਹ ਸਹੀ ਤਰੀਕੇ ਦੇ ਨਾਲ ਨਹੀਂ ਕਰਦਾ। ਤੂੰ ਮੈਨੂੰ ਕੋਈ ਗੱਲ ਠੀਕ ਤਰ੍ਹਾਂ ਨਹੀਂ ਦੱਸਦਾ। ਹੁਣ ਹੁਸ਼ਿਆਰਚੰਦ ਨੇ ਜਿਹੜਾ ਰਿਸ਼ਤਾ ਲੱਭਿਆ ਸੀ ਉਹਦੇ 'ਚ ਸਿਰਫ ਆਪਣਾ ਸਵਾਰਥ ਦੇਖਿਆ ਸੀ। ਉਹਨੇ ਸਿਰਫ ਅੱਧੀ ਅਧੂਰੀ ਸੱਚਾਈ ਹੀ ਕੌਰਾ ਨੂੰ ਦੱਸੀ ਸੀ ਕਿ ਮੁੰਡਾ ਦਹਾਜੂ ਹੈ ਤੇ 3 ਬੱਚਿਆਂ ਦਾ ਪਿਓ ਹੈ, ਤੇ ਬਾਕੀ ਉਹਨੇ ਪ੍ਰਸ਼ੰਸਾ ਦੇ ਬੁੱਲ ਬੰਨੇ ਸੀ। ਵਿਆਹ ਦੀ ਅਸਲ ਸੱਚਾਈ ਉਹਨੇ ਕੌਰਾ ਨੂੰ ਨਹੀਂ ਦੱਸੀ ਸੀ। ਇਸ ਕਰਕੇ ਕੌਰਾ ਜਿਹੜੀ ਹੈ ਵਿਰੋਧ ਕਰਦੀ ਹੈ ਕਿ ਉਹ ਜਿਹੜਾ ਹੈ ਕਦੇ ਵੀ ਉਹਨੂੰ ਸਹੀ ਤੇ ਠੀਕ ਗੱਲ ਨਹੀਂ ਦੱਸਦਾ। ਝੂਠ ਦੱਸਦਾ ਆ, ਮੈਂ ਤੇਰੇ ਹੱਥੋਂ ਸੱਤ ਗਈ ਆ ਮਤਲਬ ਦੁਖੀ ਹੋ ਗਈ ਆ, ਕਿਉਂਕਿ ਹੁਸ਼ਿਆਰਚੰਦ ਜਿਹੜਾ ਹੈ ਉਹ ਕਦੀ ਵੀ ਕੌਰਾ ਨੂੰ ਪੂਰੀ ਸੱਚਾਈ ਨਹੀਂ ਦੱਸਦਾ ਤੇ ਮਰਦ ਪ੍ਰਧਾਨ ਸਮਾਜ ਹੋਣ ਕਰਕੇ ਹਮੇਸ਼ਾ ਫੈਸਲਾ ਉਹ ਆਪ ਹੀ ਲੈਂਦਾ ਹੈ, ਕੌਰਾ ਨੂੰ ਨਹੀਂ ਪੁੱਛਦਾ। ਇਸ ਕਰਕੇ ਕੌਰਾ ਜਿਹੜੀ ਹੈ ਇੱਥੇ ਹੁਸ਼ਿਆਰਚੰਦ ਦਾ ਵਿਰੋਧ ਕਰਦੀ ਹੈ ਕਿ ਉਹਦੇ ਕੰਮ ਜਿਹੜੇ ਆ ਨਾ ਉਹਨੂੰ ਜ਼ਹਿਰ ਵਰਗੇ ਲੱਗਦੇ ਆ, ਕਿਉਂਕਿ ਉਹ ਕਦੀ ਵੀ ਉਹਨੂੰ ਪੂਰੀ ਗੱਲ ਨਹੀਂ ਦੱਸਦਾ। ਹੁਸ਼ਿਆਰਚੰਦ ਕੀ ਹੋ ਗਿਆ ਹੈ ਤੈਨੂੰ? ਭੰਗ ਪੀਤੀ ਹੋ ਕਿ ਕੁਝ ਚੰਬੜ ਗਿਆ ਏ? ਕਿਉਂ ਐਡਾ ਰੌਲਾ ਪਾਉਣ ਡਈ ਹੈ ਪਈ ਹੋਈ ਹੈ ਐਵੇਂ? ਕੌਰਾ ਜੇ ਉਹ ਮੈਨੂੰ ਨਾ ਦੱਸਦੀ ਤਾਂ ਖਬਰ ਹੈ ਕੀ ਹੋ ਸਕਦਾ ਸੀ। ਤੂੰ ਮੇਰਾ ਜੀ ਸਾੜ ਸੁੱਟਿਆ। ਹੁਸ਼ਿਆਰਚੰਦ ਪਰ ਤੂੰ ਗੱਲ ਤਾਂ ਦੱਸ ਹੋਇਆ ਕੀ ਹੈ? ਕੌਰਾ ਸੁਣ ਲੈ ਮੇਰੀ ਇੱਕ ਗੱਲ, ਇੱਧਰ ਦਾ ਸੂਰਜ ਉੱਧਰ ਹੋ ਜਾਵੇ ਪਰ ਮੈਂ ਤੈਨੂੰ ਆਪਣੀ ਮੋਰਨੀ ਵਰਗੀ ਧੀ ਦਾ ਗੱਲ ਨਹੀਂ ਵੱਢਣ ਦੇਣਾ। ਅਸੀਂ ਜੰਡਪੁਰੇ ਵਾਲਾ ਸਾਕ ਨਹੀਂ ਕਰਨਾ। ਮੈਂ ਸਭੇ ਕੁਝ ਸੁਣ ਬੈਠੀ ਹਾਂ। ਸੋ ਇਹਦੇ ਸਤਰਾਂ ਦੇ ਵਿੱਚ ਜਿਹੜੀ ਕੌਰਾ ਹੈ ਉਹ ਹੁਸ਼ਿਆਰਚੰਦ ਦੁਆਰਾ ਲੱਭੇ ਗਏ ਜੰਡਪੁਰੇ ਵਾਲੇ ਰਿਸ਼ਤੇ ਦਾ ਵਿਰੋਧ ਕਰਦੀ ਹੈ ਔਰ ਕੀ ਕਹਿੰਦੀ ਹੈ ਕਿ ਭਾਵੇਂ ਜੋ ਮਰਜ਼ੀ ਹੋ ਜਾਵੇ, ਸੂਰਜ ਦਾ ਇੱਧਰ ਛੱਡ ਕੇ ਉੱਧਰ ਹੋ ਜਾਵੇ, ਪਰ ਉਹਨੇ ਇਹ ਰਿਸ਼ਤਾ ਸਵੀਕਾਰ ਨਹੀਂ ਕਰਨਾ। ਉਹਦੀ ਜਿਹੜੀ ਜਵਾਨ ਧੀ ਹੈ 17-18 ਵਰਿਆਂ ਦੀ ਮੋਰਨੀ ਵਰਗੀ ਸੋਹਣੀ ਸੁਨੱਖੀ ਧੀ ਹੈ ਨਾ, ਉਹਦਾ ਗਲਾ ਨਹੀਂ ਵੱਢਣ ਦੇਣਾ, ਅਰਥਾਤ ਉਹਨੂੰ ਬੁੱਢੇ ਦੇ ਲੜ ਨਹੀਂ ਲਾਣਾ। ਉਹਨੇ ਇਹ ਰਿਸ਼ਤਾ ਸਵੀਕਾਰ ਨਹੀਂ ਕਰਨਾ। ਹੁਸ਼ਿਆਰਚੰਦ ਕਿਹੜੀ ਖਸਮਾਂ ਨੂੰ ਖਾਣੀ ਤੇਰੇ ਕੰਨ ਭਰ ਗਈ ਹੈ? ਦੱਸ ਖਾ ਮੈਨੂੰ, ਉਹਨੂੰ ਗੁੱਤੋਂ ਫੜਾ। ਕੌਰਾ ਬਸ ਮੈਂ ਕਹਿ ਦਿੱਤਾ ਆ, ਮੈਂ ਬੁੱਢੇ ਦੇ ਲੜ ਨਹੀਂ ਲਾਉਣੀ। ਮੈਂ ਲੋਕਾਂ ਨੂੰ ਕੀ ਮੂੰਹ
ਵਿਖਾਵਾਂਗੇ। ਸੋ ਕੌਰਾ ਜਿਹੜੀ ਆ ਉਹ ਕਹਿੰਦੀ ਆ ਕਿ ਲੋਕੀ ਕੀ ਕਹਿਣਗੇ, ਕਿ ਉਹਨਾਂ ਨੇ ਆਪਣੀ ਧੀ ਦੁਹਾਜੂ ਦੇ ਬੁੱਢੇ ਦੇ ਲੜ ਲਾ ਦਿੱਤੀ, ਉਹਨੇ ਲੋਕਾਂ ਦੇ ਵਿੱਚ ਜਿਹੜੀਆਂ ਆ ਬਦਨਾਮੀ ਨਹੀਂ ਕਰਾਉਣੀ, ਬੁੱਢੇ ਦੇ ਲੜ ਆਪਣੀ ਧੀ ਨਹੀਂ ਲਾਉਣੀ। ਹੁਸ਼ਿਆਰਚੰਦ ਹੈ ਵੇਖੇ ਬੱਕਰੀ ਜਾਨੋ ਗਈ ਤੇ ਖਾਣ ਵਾਲਿਆ ਸਵਾਦ ਨਾ ਪਾਇਆ। ਕਹਿਣ ਤੋਂ ਕੀ ਭਾਵ ਆ ਕਿ ਹੁਣ ਜਿਹੜੀ ਬੱਕਰਾ ਆ ਅਸੀਂ ਉਹਨੂੰ ਵੱਢਦੇ ਆ, ਕੱਟਦੇ ਆ, ਉਹਦਾ ਮੀਟ ਬਣਾਉਂਦੇ ਆ, ਪਰ ਜੇਕਰ ਮੀਟ ਸਵਾਦ ਨਾ ਬਣੇ ਤਾਂ ਖਾਣ ਵਾਲਿਆਂ ਨੂੰ ਤਾਂ ਮਜ਼ਾ ਨਹੀਂ ਨਾ ਆਉਂਦਾ, ਪਰ ਵਿਚਾਰੀ ਜਿਹੜੀ ਬੱਕਰੀ ਆ, ਨਿਰਦੋਸ਼ ਬੱਕਰੀ ਆ, ਉਹਨੂੰ ਤਾਂ ਆਪਾਂ ਵੱਢ ਹੀ ਦਿੰਦੇ ਆ ਨਾ। ਇਸੇ ਤਰ੍ਹਾਂ ਜਿਹੜਾ ਹੁਸ਼ਿਆਰਚੰਦ ਆ ਉਹ ਕੀ ਕਹਿਣ ਦੀ ਕੋਸ਼ਿਸ਼ ਕਰਦਾ ਆ, ਰੋਜ਼ ਕਹਿੰਦੀ ਸੀ ਮੈਂ ਢੂੰਡ ਤਲਾਸ਼ ਵਿੱਚ ਮਰ ਖੱਪ ਗਿਆ ਆ, ਕਿ ਉਹਨੇ ਆਪਣੇ ਵੱਲੋਂ ਜਿਹੜਾ ਰਿਸ਼ਤਾ ਲੱਭਿਆ ਨਾ ਉਹਨੂੰ ਢੂੰਡਦੇ ਜਿਹੜਾ ਨਾ ਬੁਰੀ ਤਰ੍ਹਾਂ ਉਹ ਹੁਣ ਜਿਹੜਾ ਖੱਪ ਗਿਆ। ਉਹਨੇ ਆਪਣੇ ਵੱਲੋਂ ਬਹੁਤ ਵਧੀਆ ਰਿਸ਼ਤਾ ਲੱਭਿਆ ਆ ਤੇ ਹੁਣ ਮਰ ਕੇ ਜੇ ਸਾਕ ਲੱਭਿਆ ਆ ਤੇ ਉਲਟਾ ਮੇਰੇ ਸਿਰ ਹੋਣ ਡਈਓ, ਕਿ ਜੇ ਹੁਣ ਉਹਨੇ ਜਿਹੜਾ ਹੈ ਢੂੰਡ ਤਲਾਸ਼ ਕਰਕੇ ਰਿਸ਼ਤਾ ਲੱਭਿਆ ਵੀ ਹੈ ਨਾ, ਤਾਂ ਉਲਟਾ ਜਿਹੜੀ ਕੌਰਾ ਹੈ ਉਹਦੇ ਪੇਸ਼ ਪੈਂਦੀ ਪਈ ਆ, ਉਹਦੇ ਸਿਰ ਚੜ੍ਹਦੀ ਪਈ ਆ, ਇਹ ਕਹਿੰਦੀ ਪਈ ਆ ਕਿ ਉਹਨੇ ਇਹ ਰਿਸ਼ਤਾ ਨਹੀਂ ਕਰਨਾ, ਉਹਦਾ ਵਿਰੋਧ ਕਰਦੀ ਪਈ ਆ। ਸੋ ਕਹਿਣ ਤੋਂ ਕੀ ਭਾਵ ਹੈ, ਇੱਥੇ ਬੱਕਰੀ ਦੀ ਤੁਲਨਾ ਹੁਸ਼ਿਆਰਚੰਦ ਨੇ ਆਪਣੇ ਨਾਲ ਕੀਤੀ ਹੈ ਕਿ ਬੱਕਰੀ ਦੀ ਤਾਂ ਜਾਨ ਚਲੀ ਗਈ, ਖਾਣ ਵਾਲਿਆਂ ਨੂੰ ਸਵਾਦ ਨਾ ਆਇਆ, ਭਾਵ ਉਹਨੇ ਆਪਣੇ ਵੱਲੋਂ ਤਾਂ ਰਿਸ਼ਤਾ ਬਹੁਤ ਵਧੀਆ ਲੱਭਿਆ ਸੀ, ਪਰ ਉਹ ਰਿਸ਼ਤਾ ਕੌਰਾ ਨੂੰ ਪਸੰਦ ਨਹੀਂ ਆਇਆ। ਕੌਰਾ ਕਿਤੇ ਤੂੰ ਮੈਨੂੰ ਪਹਿਲਾਂ ਹੀ ਕਿਉਂ ਮੈਥੋਂ ਇਹ ਨਮੋਸ਼ੀ ਹੁੰਦੀ ਬਦਨਾਮੀ ਨਹੀਂ ਜਰੀ ਜਾਂਦੀ, ਕਿੱਦਾਂ ਮੂੰਹ ਵਿਖਾਵਾਂਗੇ ਅਸੀਂ, ਕਿਤੇ ਤੂੰ ਮੈਨੂੰ ਪਹਿਲੇ ਕਿਉਂ ਨਹੀਂ ਠੀਕ ਦੱਸਿਆ, ਮੈਂ ਇਹ ਸਾਕ ਕਦੇ ਨਹੀਂ ਮੰਨਣਾ। ਹੁਸ਼ਿਆਰ ਚੰਗਾ ਨਹੀਂ ਮੰਨਣਾ ਤਾਂ ਨਾ ਮੰਨ, ਗੱਲ ਤੇਰੇ ਉੱਤੇ ਨਹੀਂ ਅੜੀ ਬੈਠੀ, ਮੈਂ ਆਪਣਾ ਫਾਇਦਾ ਵੇਖਾਂ ਕਿ ਤੈਨੂੰ ਮਨਾਉਂਦਾ ਫਿਰਾਂ, ਮੈਨੂੰ ਪਤਾ ਸੀ ਕਿ ਤੂੰ ਇਵੇਂ ਕਰਨਾ ਆ, ਇਹਦਾ ਬੰਦੋਬਸਤ ਮੈਂ ਪਹਿਲੇ ਹੀ ਕਰ ਲਿਆ ਹੋਇਆ ਆ, ਹੁਣ ਮੰਨ ਭਾਵੇਂ ਨਾ ਮੰਨ, ਮੈਂ ਸ਼ਗਨ ਅੱਗੇ ਹੀ ਭੇਜ ਛੱਡਿਆ ਏ ਤੇ ਵਿਆਹ ਦੀਆਂ ਤਿਆਰੀਆਂ ਵੀ ਸਾਰੀਆਂ ਠੀਕ ਠਾਕ ਹੋ, ਮਰਦ ਜਨਾਨੀਆਂ ਦੀਆਂ ਸਲਾਹਾਂ ਲੈਣ ਬੈਠਣ ਤਾਂ ਢੇਰ ਪੂਰੀਆਂ 500। ਹੁਸ਼ਿਆਰਚੰਦ ਜਿਹੜਾ ਹੈ ਉਹ ਆਪ ਹੁਦਰਾ ਹੁੰਦਾ ਆਪਣੀ ਮਨਮਰਜ਼ੀ ਕਰਨ ਵਾਲਾ। ਸੋ ਆਪ ਹੁਦਰਾ ਇਨਸਾਨ ਆ। ਜਦੋਂ ਕੌਰਾ ਰਿਸ਼ਤੇ ਦਾ ਵਿਰੋਧ ਕਰਦੀ ਹੈ ਤਾਂ ਹੁਸ਼ਿਆਰਚੰਦ ਉਹਨੂੰ ਕੀ ਕਹਿੰਦਾ ਆ ਕਿ ਜੇਕਰ ਮਰਦ ਔਰਤਾਂ ਦੀਆਂ ਸਲਾਹਾਂ ਲੈਣ ਬੈਠਣ ਨਾ ਤਾਂ ਫਿਰ ਤਾਂ ਕੰਮ ਜਿਹੜੇ ਆ ਉਹ ਸਿਰੇ ਚੜ ਜਾਣ। ਸੋ ਉਹਨੇ ਆਪਣੇ ਵੱਲੋਂ ਜਿਹੜਾ ਸੀ ਉਹ ਸਾਰਾ ਬੰਦੋਬਸਤ ਕਰ ਲਿਆ ਸੀ, ਵਿਆਹ ਦੀਆਂ ਤਿਆਰੀਆਂ ਵੀ ਹੋ ਗਈਆਂ ਸੀ, ਸ਼ਗਨ ਵੀ ਜਾ ਚੁੱਕਾ ਸੀ। ਇਸ ਕਰਕੇ ਉਹ ਕੀ ਕਹਿੰਦਾ ਆ ਕਿ ਹੁਣ ਜਿਹੜੀ ਆ ਤੇਰੀ ਸਹਿਮਤੀ ਤੇ ਗੱਲ ਨਹੀਂ ਅੜੀ ਬੈਠੀ, ਰਿਸ਼ਤਾ ਤਾਂ ਹੁਣ ਇਹ ਹੋ ਕੇ ਹੀ ਰਹਿਣਾ ਹੈ, ਭਾਵੇਂ ਉਹ ਮੰਨੇ ਤੇ ਭਾਵੇਂ ਨਾ ਮੰਨੇ। ਕੌਰਾ ਵਿਆਹ ਦੇ ਫਿਰ ਜਿਹੜੀ ਮਾਂ ਨੂੰ ਵਿਆਹੁਣਾ, ਮੈਂ ਮੇਲਣ ਨੂੰ ਲੈ ਕੇ ਕੱਲ ਪੇਕੇ ਚਲੀ ਜਾਵਾਂਗੀ, ਮੁੜ ਤੇਰਾ ਕਦੇ ਮੂੰਹ ਨਹੀਂ ਵੇਖਾਂਗੀ। ਸੋ ਜਿਹੜੀ ਕੌਰਾ ਹੈ ਉਹ ਹੁਸ਼ਿਆਰਚੰਦ ਨੂੰ ਕੀ ਧਮਕੀ ਦਿੰਦੀ ਹੈ ਕਿ ਉਹਨੇ ਆਪਣੀ ਕੁੜੀ ਨੂੰ ਲੈ ਕੇ ਕਿੱਥੇ ਚਲੇ ਜਾਣਾ ਆ, ਪੇਕੇ ਚਲੇ ਜਾਣਾ ਆ, ਤੇ ਮੁੜ ਕੇ ਕਦੀ ਵੀ ਵਾਪਸ ਘਰ ਨਹੀਂ ਆਉਣਾ। ਫਿਰ ਜਿਹੜੀ ਕੁੜੀ ਨੂੰ ਉਹਨੇ ਵਿਆਹੁਣਾ ਹੋਵੇ ਵਿਆਹ ਲਵੇ। ਹੁਸ਼ਿਆਰਚੰਦ ਵਾਹ ਵਾਹ, ਕੱਲ ਜਾਂਦੀ ਤੂੰ ਮੇਰੇ ਵੱਲੋਂ ਅੱਜ ਹੀ ਚਲੀ ਜਾ, ਸਗੋਂ ਚੰਗਾ ਆ, ਜੰਝ ਆਉਣ ਵਾਲੀ ਏ ਤੇ ਲਾਵਾਂ ਅੱਜ ਰਾਤ ਹੀ ਹੋ ਜਾਣੀਆਂ ਨੇ, ਜਾ 100 ਵਾਰੀ ਜਾ, ਹੁਣ ਤੈਨੂੰ ਜੰਨਦਿਆਂ ਦੀ ਸੁਗੰਧ, ਜੰਨਦਿਆਂ ਮਤਲਬ ਜੰਮਣ ਵਾਲੀ ਦੀ ਕਸਮ ਲੱਗੇ, ਜੇ ਅਟਕੇ ਮਤਲਬ ਰੁਕੇ, ਜਾ ਹੁਣ ਪਾਂਦਾ ਨਾ ਪੁੱਛ, ਪਾਂਦਾ ਮਤਲਬ ਹੁਣ ਮੇਰੇ ਕੋਲ ਜਿਹੜਾ ਹੈ ਰਸਤਾ ਨਾ ਪੁੱਛ। ਸੋ ਹੁਸ਼ਿਆਰਚੰਦ ਜਿਹੜਾ ਹੈ ਇੱਥੇ ਕੌਰਾ ਦੀਆਂ ਧਮਕੀਆਂ ਤੋਂ ਡਰਦਾ ਨਹੀਂ ਆ, ਸਗੋਂ ਬਰਾਬਰ ਦੀ ਟੱਕਰ ਲੈਂਦਾ ਆ ਕਿ ਕੱਲ ਦੀ ਜਾਂਦੀ ਉਹ ਹੁਣੇ ਚਲੇ ਜਾਵੇ, ਰੁਕਣ ਦੀ ਉਹਨੂੰ ਕੋਈ ਲੋੜ ਨਹੀਂ ਹੈ, ਕਿਉਂਕਿ ਜਿਹੜਾ ਹੈ ਜੰਝ ਤਾਂ ਅੱਜ, ਜੰਝ ਹੁੰਦੀ ਬਰਾਤ, ਕਿ ਬਰਾਤ ਤਾਂ ਆਉਣ ਵਾਲੀ ਹੈ ਤੇ ਲਾਵਾਂ ਵੀ ਉਸੇ ਰਾਤ ਹੀ ਹੋ ਜਾਣੀਆਂ ਆ, ਵਿਆਹ ਦਾ ਸਾਰਾ ਪ੍ਰਬੰਧ ਹੋ ਚੁੱਕਾ ਆ, ਇਸ ਕਰਕੇ ਉਹਨੂੰ ਰੁਕਣ ਦੀ ਕੋਈ ਲੋੜ ਨਹੀਂ ਹੈ, ਤੇ ਉਹ ਕੱਲ ਦੀ ਜਾਂਦੀ ਹੁਣੇ ਚਲੇ ਜਾਵੇ, ਪਰ ਵਿਆਹ ਤਾਂ ਇਹ ਹੋ ਕੇ ਹੀ ਰਹਿਣਾ ਆ। ਸੋ ਹੁਸ਼ਿਆਰਚੰਦ ਆਪਣੀ ਜ਼ਿੱਦ ਤੇ ਅੜਦਾ ਆ ਤੇ ਉਹ ਕੌਰਾ ਦੀ ਕੋਈ ਗੱਲ ਵੀ ਨਹੀਂ ਮੰਨਦਾ। ਕੌਰਾ ਹਾਏ ਵੇ ਮੈਂ ਜਿਉਂਦੀ ਮਰ ਗਈ, ਨਿੱਜ ਤੇਰੇ ਲੜ ਲੱਗਦੀ, ਮੈਂ ਫਾਹਾ ਲੈ ਲੂੰ ਤੇਰੇ ਸਿਰ ਚੜ ਕੇ ਮਰ ਜਾਊਂ। ਇਸੇ ਵੇਲੇ ਮੇਲੋ ਆਉਂਦੀ ਹੈ ਜੋ ਦਰਵਾਜ਼ੇ ਪਿੱਛੇ ਲੁਕ ਕੇ ਇਹ ਗੱਲਾਂ ਸੁਣਦੀ ਹੈ, ਤੂੰ ਵੀ ਆਪਣੀ ਆਈ ਕਰ ਲੈ, ਹਾਏ ਵੇ ਹਨੇਰ ਜੇ। ਸੋ ਇੱਥੇ ਜਿਹੜੀ ਕੌਰਾ ਹੈ ਉਹ ਕੀ ਕਹਿੰਦੀ ਹੈ ਕਿ ਉਹ ਨਾ ਹੀ ਉਹਦੇ ਲੜ ਲੱਗਦੀ, ਨਾ ਹੀ ਹੁਸ਼ਿਆਰਚੰਦ ਨਾਲ ਵਿਆਹ ਕਰਾਉਂਦੀ ਤਾਂ ਚੰਗਾ ਹੁੰਦਾ, ਉਹਨੂੰ ਜਿਹੜਾ ਹੈ ਧਮਕੀ ਦਿੰਦੇ ਆ ਕਿ ਉਹ ਉਹਦੇ ਸਿਰ 'ਤੇ ਚੜ੍ਹ ਕੇ ਮਰ ਜਾਵੇਗੀ, ਫਾਹਾ ਲੈ ਲਵੇਗੀ, ਪਰ ਉਹ ਕੁੜੀ ਦਾ ਰਿਸ਼ਤਾ ਨਹੀਂ ਹੋਣ ਦੇਵੇਗੀ। ਤੇ ਇਹ ਸਾਰੀਆਂ ਗੱਲਾਂ ਕੌਣ ਸੁਣਦੀ ਆ? ਮੇਲੋ ਦਰਵਾਜ਼ੇ ਪਿੱਛੇ ਲੁਕ ਕੇ ਜਿਹੜੀ ਆ ਉਹ ਆਪਣੇ ਬੇਬੇ ਤੇ ਬਾਪੂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਸੁਣਦੀ ਹੈ। ਤੂੰ ਵੀ ਆਪਣੀ ਆਈ
ਕਰ ਲੈ, ਆਪਣੀ ਆਈ ਮਤਲਬ ਆਪਣੀ ਮਰਜ਼ੀ ਕਰ ਲੈ, ਹਾਈਵੇ ਹਨੇਰ ਜੇ ਵੀ। ਸਾਰੇ ਪਾਸੇ ਕੌਰਾਂ ਨੂੰ ਜਿਹੜਾ ਆ ਉਹ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ, ਕਿਸੇ ਪਾਸੇ ਕੋਈ ਰੋਸ਼ਨੀ ਨਜ਼ਰ ਨਹੀਂ ਆਉਂਦੀ, ਕੋਈ ਉਮੀਦ ਨਜ਼ਰ ਨਹੀਂ ਆਉਂਦੀ, ਕਿਉਂਕਿ ਹੁਸ਼ਿਆਰਚੰਦ ਜਿਹੜਾ ਹੈ ਉਹ ਕੌਰਾਂ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਹੁਸ਼ਿਆਰਚੰਦ ਵੇਖੋ ਜੀ, ਨਿਹੱਕੇ ਛਾੜਾ, ਨਿਹੱਕੇ ਛਾੜਾ ਹੁੰਦਾ ਬਿਨਾਂ ਗੱਲ ਦੀ ਲੜਾਈ, ਛਾੜਾ ਲੜਾਈ ਨੂੰ ਕਹਿੰਦੇ, ਨਿਹੱਕੇ ਮਤਲਬ ਬਿਨਾਂ ਗੱਲ ਤੋਂ। ਛਾੜਾ ਪਾਇਆ ਹੋਇਆ ਆ, ਕਿੱਥੋਂ ਜਾਨਵਰਾਂ ਨਾਲ ਵਾਹ ਪੈ ਗਿਆ। ਸੋ ਹੁਸ਼ਿਆਰਚੰਦ ਕੀ ਕਹਿੰਦਾ ਆ ਕਿ ਕੌਰਾਂ ਨੇ ਬਿਨਾਂ ਕਾਰਨ ਤੋਂ ਲੜਾਈ ਪਾਈ ਹੋਈ ਹੈ, ਉਹ ਜਿਹੜਾ ਹੈ ਐਵੇਂ ਹੀ ਉਹਦੇ ਨਾਲ ਲੜਾਈ ਝਗੜਾ ਕਰੀ ਜਾਂਦੀ ਹੈ। ਕੌਰਾ ਬਸ ਇੱਕ ਤੂੰ ਹੀ ਚਤਰਾ ਰਹਿ ਗਿਆ, ਖਬਰ ਏ ਤੇਰੀਆਂ ਚਤਰਾਈਆਂ। ਚਤਰਾਈਆਂ ਹੁੰਦੀਆਂ ਆ ਚਲਾਕੀਆਂ। ਹੁਣ ਇਸ ਸਮੇਂ ਜਿਹੜਾ ਹੁਸ਼ਿਆਰਚੰਦ ਹੈ ਉਹ ਚਲਾਕੀਆਂ ਖੇਡਦਾ ਆ ਕੌਰਾਂ ਦੇ ਨਾਲ। ਉਹ ਸਿਰਫ ਆਪਣੇ ਸਵਾਰਥ ਦੇ ਲਈ ਆਪਣੀ ਧੀ ਦਾ ਰਿਸ਼ਤਾ ਜੰਡਪੁਰੇ ਜੋੜਦਾ ਆ, ਔਰ ਕੌਰਾਂ ਨੂੰ ਕੀ ਕਹਿੰਦੀ ਆ ਕਿ ਉਹਨੂੰ ਜਿਹੜਾ ਹੈ ਹੁਸ਼ਿਆਰਚੰਦ ਦੀਆਂ ਸਾਰੀਆਂ ਚਲਾਕੀਆਂ ਦੀ ਸਮਝ ਆ ਰਹੀ ਹੈ ਕਿ ਅਸਲ ਮਾਇਨੇ ਦੇ ਵਿੱਚ ਉਹ ਕਰਨਾ ਕੀ ਚਾਹੁੰਦਾ ਹੈ। ਕੀ ਚੰਦ ਜਾਣਨਾ, ਲੋਕ ਲਾਜ ਤੈਨੂੰ ਨਾ, ਲੋਕ ਲਾਜ ਮਤਲਬ ਲੋਕਾਂ ਦੀ ਸ਼ਰਮ ਤੈਨੂੰ ਨਾ, ਹਯਾ ਤੈਨੂੰ ਨਾ, ਨਾ ਖਬਰੇ ਤਾਂ ਤੈਨੂੰ ਆਪਣੇ ਸਾਕਾਂ ਅੰਗਾਂ ਦੀ ਵੀ ਸ਼ਰਮ ਨਹੀਂ। ਸਾਕ ਅੰਗ ਹੁੰਦੇ ਰਿਸ਼ਤੇਦਾਰ। ਸੋ ਇੱਥੇ ਜਿਹੜੀ ਕੌਰਾ ਹੈ ਉਹ ਕੀ ਕਹਿੰਦੀ ਆ ਕਿ ਹੁਸ਼ਿਆਰਚੰਦ ਨੂੰ ਨਾ ਤਾਂ ਲੋਕਾਂ ਦੀ ਸ਼ਰਮ ਹੈ ਕਿ ਲੋਕ ਕੀ ਕਹਿਣਗੇ, ਤੇ ਨਾ ਹੀ ਉਹਨੂੰ ਆਪਣੇ ਰਿਸ਼ਤੇਦਾਰਾਂ ਦੀ ਪਰਵਾਹ ਹੈ ਕਿ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਉਹਨਾਂ ਦੀ ਖੇ ਉੱਡੇਗੀ, ਬਦਨਾਮੀ ਹੋਏਗੀ ਕਿ ਉਹਨਾਂ ਨੇ ਆਪਣੀ ਧੀ ਦਾ ਰਿਸ਼ਤਾ ਕਿਹੋ ਜਿਹੇ ਘਰ ਦੇ ਵਿੱਚ ਕੀਤਾ ਹੈ। ਸੋ ਜਿਹੜਾ ਹੁਸ਼ਿਆਰਚੰਦ ਹੈ ਉਹ ਸਿਰਫ ਆਪਣਾ ਸਵਾਰਥ ਤੇ ਆਪਣਾ ਮਤਲਬ ਦੇਖਦਾ ਆ, ਉਹਨੂੰ ਕੌਰਾਂ ਦੀਆਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ। ਹਾਲਾਂਕਿ ਕੌਰਾਂ ਵਿਰੋਧ ਕਰਦੀ ਹੈ, ਇਹ ਕਹਿੰਦੀ ਹੈ ਕਿ ਉਹ ਚਲਾਕੀ ਦੇ ਨਾਲ ਸਾਰਾ ਕੰਮ ਕਢਾ ਰਿਹਾ ਹੈ, ਪਰ ਉਹ ਕੌਰਾਂ ਦੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ। ਹੁਸ਼ਿਆਰਚੰਦ ਐਵੇਂ ਬੱਕੜਵਾ ਨਾ ਕਰੀ ਜਾ, ਬੱਕੜਵਾ ਹੁੰਦਾ ਬਕਵਾਸ ਕਰਨੀ। ਹੁਣ ਧਿਆਨ ਨਾਲ ਮੇਰੀ ਗੱਲ ਸੁਣ, ਜੋ ਕੁਝ ਕੀਤਾ ਆਪਣੇ ਫਾਇਦੇ ਲਈ ਕੀਤਾ। ਕੌਰਾ ਸਵਾਹ ਤੇ ਮਿੱਟੀ। ਹੁਸ਼ਿਆਰਚੰਦ ਪਾਗਲ ਹੋ ਗਈ ਏ ਤੂੰ, ਸਿਰ ਫਿਰ ਗਿਆ ਈ ਤੇਰਾ, ਸੁੱਖ ਨਾਲ ਦੋ ਕੁੜੀਆਂ ਵਿਆਹੁਣ ਵਾਲੀਆਂ ਬੂਹੇ ਬੈਠੀਆਂ ਨੇ। ਕੌਰਾ ਫਿਰ ਹੁਸ਼ਿਆਰਚੰਦ ਤੇ ਸਾਰੀ ਉਮਰ ਖਾਣ ਲਈ ਵੀ ਪਈ ਆ। ਕੌਰਾ ਫਿਰ ਹੁਸ਼ਿਆਰਚੰਦ ਤੇ ਕਰਜ਼ੇ ਵਾਲਿਆਂ ਨੂੰ ਗਲ ਠੂਠਾ ਦਿੱਤਾ ਹੋਇਆ ਆ। ਕੌਰਾ ਫਿਰ ਹੁਸ਼ਿਆਰਚੰਦ ਰਹਿੰਦੀ ਖੁੰਦੀ ਚੁਣੀ ਵੀ ਕੁਰਕ ਹੋ ਜਾਣੀ ਆ, ਕੁਰਕ ਹੋ ਜਾਣੀ ਵੀ। ਜਿਹੜੀ ਜ਼ਮੀਨ ਉਹਨਾਂ ਦੀ ਮਾੜੀ ਮੋਟੀ ਬਚੀ ਹੈ ਨਾ, ਉਹ ਵੀ ਉਹਨਾਂ ਦੇ ਹੱਥੋਂ ਜਾਂਦੀ ਲੱਗਣੀ ਆ। ਹੁਣ ਉਹਨਾਂ ਨੇ ਜਿਹੜਾ ਹੈ ਕੋਈ ਕਰਜ਼ਾ ਕੁਰਜ਼ਾ ਲਿਆ ਹੋਇਆ ਸੀ ਜਿਹੜਾ ਹਜੇ ਤੱਕ ਉਹਨਾਂ ਨੇ ਚੁਕਾਇਆ ਨਹੀਂ ਸੀ। ਸੋ ਹੁਸ਼ਿਆਰਚੰਦ ਨੂੰ ਐਡਾ ਮਾਰਦਾ ਸੀ ਕਿ ਹਜੇ ਬੂਹੇ ਦੋ ਕੁੜੀਆਂ ਵਿਆਹੁਣ ਵਾਲੀਆਂ ਪਈਆਂ ਨੇ, ਰਾਤ ਦੀ ਰੋਟੀ ਜੋਗਾ ਉਹਨਾਂ ਦੇ ਘਰ ਖਾਣ ਨੂੰ ਹੈ ਨਹੀਂ, ਤੇ ਮਾੜੀ ਮੋਟੀ ਜਿਹੜੀ ਜ਼ਮੀਨ ਬਚੀ ਹੈ ਨਾ, ਉਹ ਵੀ ਜੇ ਉਹਨਾਂ ਦੇ ਹੱਥੋਂ ਨਿਕਲ ਗਈ, ਕੁਰਕ ਹੋ ਗਈ, ਤਾਂ ਸਾਰੀ ਉਮਰ ਕੱਟਣੀ ਕਿੱਦਾਂ ਆ ਫਿਰ। ਕੌਰਾ ਫਿਰ ਹੁਸ਼ਿਆਰਚੰਦ ਤੇ ਤੇਰੇ ਘਰ ਤਾਂ ਰਾਤ ਦੇ ਖਾਣ ਜੋਗਾ ਵੀ ਨਹੀਂ ਹੈਗਾ। ਕੌਰਾ ਫਿਰ ਹੁਸ਼ਿਆਰ ਫਿਰ ਕੀ, ਮੈਂ ਤਾਂ ਇਹਦਾ ਇੱਕ ਹੀਲਾ ਸੋਚਿਆ ਜਿਹਦੇ ਨਾਲ ਸੱਪ ਵੀ ਮਰ ਜਾਵੇ ਤੇ ਸੋਟਾ ਵੀ ਨਾ ਟੁੱਟੇ। ਕੌਰਾ ਮੈਂ ਤੇਰੀ ਗੱਲ ਨਹੀਂ ਸਮਝੀ। ਹੁਸ਼ਿਆਰਚੰਦ ਤਦੇ ਤਾਂ ਮੈਂ ਕਹਿਣਾ ਪਈ ਤੂੰ ਬੇਵਕੂਫ ਹੈ, ਹੋਰ ਬੇਵਕੂਫਾਂ ਨੇ ਤੇਰੇ ਕੋਈ ਸਿੰਘ ਹੁੰਦੇ ਨੇ। ਹੁਸ਼ਿਆਰਚੰਦ ਜਿਹੜਾ ਹੈ ਇੱਥੇ ਉਹਨੇ ਜਿਹੜਾ ਇੱਕ ਪੰਥ ਦੋ ਕਾਜ, ਦੋਹਰਾ ਫਾਇਦਾ ਸੋਚਿਆ ਆ। ਹੁਸ਼ਿਆਰਚੰਦ ਕੀ ਕਹਿੰਦਾ ਆ ਕਿ ਮੈਂ ਉਹਨੂੰ ਐਵੇਂ ਤਾਂ ਨਹੀਂ ਬੇਵਕੂਫ ਕਹਿੰਦਾ, ਉਹਨੇ ਕੋਈ ਸੋਚ ਸਮਝ ਕੇ ਹੀ ਇਹ ਰਿਸ਼ਤਾ ਕੀਤਾ ਆ। ਕੌਰਾ ਫਿਰ ਵੱਲ ਕਿਉਂ ਪਾਉਣਾ ਆ, ਸਿੱਧੀ ਗੱਲ ਕਿਉਂ ਨਹੀਂ ਕਰਦਾ। ਹੁਸ਼ਿਆਰਚੰਦ ਮੈਂ ਪੁੱਛਣਾ ਆ ਇਹ ਸਾਰਾ ਖਰਚ ਕਿੱਥੋਂ ਕਰਨਾ, ਸਾਰਾ ਖਰਚ ਕਾਹਦਾ, ਵਿਆਹ ਦਾ ਸਾਰਾ ਖਰਚ ਕਿੱਥੋਂ ਕਰਨਾ ਹੈ। ਕੌਰਾ ਮੈਂ ਕੀ ਜਾਣਾ ਕਿੱਥੋਂ। ਹੁਸ਼ਿਆਰਚੰਦ ਤਦੇ ਐਡਾ ਰੌਲਾ ਪਾਉਣ ਡਈ ਹੈ ਪਈ। ਠਹਿਰ ਉੱਠਦੀ ਏ, ਅੰਦਰ ਜਾਂਦਾ ਹੈ ਤੇ ਰੁਪਈਆਂ ਦੀ ਥੈਲੀ ਲਿਆ ਕੇ ਉਹਦੇ ਪੈਰਾਂ ਕੋਲ ਸੁੱਟਦਾ ਹੈ। ਵੇਖ ਵਾਹ ਨਾ ਲੈ ਇਹ ਲੈ, ਫਾਹ ਨਾ ਲੈ ਇਹ ਲੈ। ਕੌਰਾ ਥੈਲੀ ਨੂੰ ਟਿਕਟਿਕੀ ਬੰਨੀ ਵੇਖਦੀ ਹੈ। ਰੁਪਏ। ਹੁਸ਼ਿਆਰਚੰਦ ਹਾਂ ਰੁਪਏ ਕਿੱਥੋਂ। ਹੁਸ਼ਿਆਰਚੰਦ ਜੰਡਪੁਰਿਓਂ। ਕੌਰਾ ਚੱਕ ਕੇ ਜੰਡਪੁਰੇ। ਹੁਸ਼ਿਆਰਚੰਦ ਥੈਲੀ ਨੂੰ ਚੱਕ ਕੇ ਲੈ ਫੜ ਇਹਨੂੰ, ਟੋ ਕੇ ਵੇਖ, ਟੋ ਕੇ ਮਤਲਬ ਫੋਲ ਕੇ ਵੇਖ। ਕੌਰਾ ਹੌਲੀ ਹੌਲੀ ਹੱਥ ਕੱਢਦੀ ਹੈ ਤੇ ਹੁਸ਼ਿਆਰਚੰਦ ਰੁਪਇਆਂ ਦੀ ਥੈਲੀ ਉਹਦੇ ਹੱਥ ਤੇ ਰੱਖ ਦਿੰਦਾ ਹੈ ਇੰਨਾ ਜ਼ਮੀਨ ਤੇ ਬੈਠ ਜਾਂਦੀ ਹੈ ਤੇ ਥੈਲੀ ਖੋਲ ਕੇ ਦੋਵੇਂ ਹੀ ਮੁੱਠਾਂ ਰੁਪਇਆਂ ਦੀਆਂ ਭਰ ਭਰ ਕੱਢਦੀ ਹੈ। ਆਹਾ ਆਹਾ ਪਰ ਲੋਕੀ ਕੀ ਕਹਿਣਗੇ ਪਈ, ਸਾਡੇ ਸਾਕ ਅੰਗ ਕੀ ਕਹਿਣਗੇ। ਮੇਲੋ ਇਸ ਵੇਲੇ ਫਿਰ ਦਰਵਾਜ਼ੇ ਵਿੱਚ ਖੜੀ ਸੁਣਦੀ ਵਿਖਾਈ ਦਿੰਦੀ ਹੈ। ਸੋ ਇੱਥੇ ਜਿਹੜਾ ਆ ਸਾਨੂੰ ਪਤਾ ਲੱਗਦਾ ਆ ਕਿ
ਹੁਸ਼ਿਆਰਚੰਦ ਨੇ ਆਪਣੀ ਧੀ ਮੇਲੋ ਦਾ ਰਿਸ਼ਤਾ ਕਰਨ ਦੇ ਬਦਲੇ ਜੰਡਪੁਰੇ ਤੋਂ ਪੈਸੇ ਲਏ ਸਨ। ਇਸ ਕਰਕੇ ਇੱਥੇ ਸਿਰਫ ਉਹ ਆਪਣਾ ਸਵਾਰਥ ਦੇਖਦਾ ਆ, ਔਰ ਜਦੋਂ ਕੌਰਾ ਰਿਸ਼ਤੇ ਦਾ ਵਿਰੋਧ ਕਰਦੀ ਹੈ ਨਾ ਬਾਰ-ਬਾਰ, ਤਾਂ ਉਹ ਉਸਦੇ ਹੱਥ ਦੇ ਵਿੱਚ ਜਿਹੜੀ ਨੋਟਾਂ ਵਾਲੀ ਥੈਲੀ ਹੈ ਉਹ ਕੱਢ ਕੇ ਦਿਖਾਉਂਦਾ ਹੈ, ਜਿਹੜਾ ਕਿ ਉਹ ਮੇਲੋ ਦੇਣ ਦੇ ਬਦਲੇ ਉਹਨੂੰ ਮਿਲਿਆ ਸੀ। ਸੋ ਕੌਰਾ ਜਿਹੜੀ ਹੈ ਇੰਨਾ ਸਾਰਾ ਪੈਸਾ ਦੇਖ ਕੇ ਹੈਰਾਨ ਹੋ ਜਾਂਦੀ ਹੈ ਕਿ ਉਹਨਾਂ ਨੂੰ ਮੇਲੋ ਦੇ ਵਿਆਹ ਦੇ ਬਦਲੇ ਕਿੰਨੇ ਜਿਹੜੇ ਆ ਰੁਪਏ ਮਿਲ ਰਹੇ। ਹੁਸ਼ਿਆਰਚੰਦ ਗੋਲੀ ਮਾਰ ਸਾਕਾਂ ਅੰਗਾਂ ਨੂੰ ਖਾਣ ਨੂੰ ਦੇ ਜਾਂਦੇ ਨੇ ਸਾਨੂੰ ਕੋਈ, ਫਿਰ ਰੁਪਇਆਂ ਵੱਲ ਇਸ਼ਾਰਾ ਕਰਕੇ ਅਸੀਂ ਕੋਈ ਐਡੀ ਅਨੋਖੀ ਗੱਲ ਕੀਤੀ ਹੈ। ਲੱਭੂ ਸ਼ਾਹ ਨੇ ਵਹੁਟੀ ਲਿਆਂਦੀ ਸੀ ਤੇ ਰੁਪਇਆ ਤੋਲ ਕੇ ਦੇ ਆਇਆ ਸੀ। ਸੋ ਬੇਟਾ ਇਹ ਪੁਰਾਣੇ ਜ਼ਮਾਨੇ ਦੀ ਇੱਕ ਰੀਤ ਸੀ ਕਿ ਜਦੋਂ ਧੀ ਦਾ ਵਿਆਹ ਕੀਤਾ ਜਾਂਦਾ ਸੀਗਾ ਨਾ, ਤਾਂ ਆਮ ਕਰਕੇ ਜਿਹੜੇ ਮਾਲਦਾਰ ਅਸਾਮੀਆਂ ਹੁੰਦੀਆਂ ਸੀ, ਪੈਸੇ ਵਾਲੀਆਂ ਹੁੰਦੀਆਂ ਸੀ ਨਾ, ਉਹ ਕੀ ਕਰਦੇ ਸੀ, ਗਰੀਬ ਪਰਿਵਾਰਾਂ ਨੂੰ ਤੋਲ ਕੇ ਪੈਸੇ ਦੇ ਕੇ ਆਉਂਦੇ ਸੀ ਧੀ ਦੇ ਬਦਲੇ ਦੇ ਵਿੱਚ। ਸੋ ਉਸ ਸਮੇਂ ਧੀਆਂ ਦਾ ਵਿਆਹ ਜਿਹੜਾ ਹੈ ਉਹ ਪੈਸੇ ਦੇ ਲੈਣ ਦੇਣ ਦੇ ਆਧਾਰ ਤੇ ਕੀਤਾ ਜਾਂਦਾ ਸੀ। ਸੋ ਹੁਸ਼ਿਆਰਚੰਦ ਕੀ ਕਹਿੰਦਾ ਆ ਕਿ ਕੋਈ ਉਹਨਾਂ ਨੇ ਅਨੋਖੀ ਗੱਲ ਨਹੀਂ ਕੀਤੀ, ਇਹ ਤਾਂ ਉਹਨਾਂ ਦੇ ਸਮਾਜ ਦੀ ਰੀਤ ਹੈ ਕਿ ਧੀ ਦੇਣ ਦੇ ਬਦਲੇ ਉਹਨਾਂ ਨੂੰ ਮੁੰਡੇ ਵਾਲਿਆਂ ਤੋਂ ਪੈਸੇ ਮਿਲਦੇ ਆ। ਤੇ ਇੱਥੇ ਉਹ ਐਗਜ਼ਾਮਪਲ ਦਿੰਦਾ ਲੱਭੂ ਸ਼ਾਹ ਦੀ, ਜਿਹਨੇ ਆਪਣੇ ਘਰ ਦੇ ਵਿੱਚ ਵਹੁਟੀ ਲਿਆਂਦੀ ਸੀ ਤੇ ਰੁਪਇਆ ਤੋਲ ਕੇ ਦੇ ਕੇ ਆਇਆ ਸੀ। ਕੌਰਾ ਸਿਰ ਹਿਲਾ ਕੇ ਹਾਂ ਇਹ ਤਾਂ ਠੀਕ ਹੈ, ਨਾਲੇ ਲੋਕਾਂ ਦਾ ਤਾਂ ਗੱਲਾਂ ਕਰਨੀਆਂ ਹੀ ਹੋਈਆਂ, ਪਰ ਤੂੰ ਤਾਂ ਕਿਹਾ ਸੀ ਪਈ ਸ਼ਾਦੀ ਅੱਜ ਰਾਤੀ ਹੀ ਕਰ ਦੇਣੀ ਹੈ ਤੇ ਅਸਾਂ ਤਾਂ ਹਜੇ ਤਿਆਰੀ ਕੋਈ ਨਹੀਂ ਕੀਤੀ। ਹੁਸ਼ਿਆਰ ਤਸੱਲੀ ਰੱਖ, ਮੈਂ ਰਾਜੇ ਦੇ ਰਾਹੀਂ ਸਭ ਤਿਆਰੀਆਂ ਕੀਤੀਆਂ ਹੋਈਆਂ ਨੇ, ਦੂਜੇ ਘਰ ਬਸ ਹੁਣ ਫੇਰਿਆਂ ਦੀ ਡੇਰੇ ਪਾਂਦਾ ਦੱਸਦਾ ਸੀ ਪਈ ਅੱਜ ਰਾਤ ਦਾ ਸ਼ੁਭ ਲਗਨ ਹੈ, ਕੱਲ ਤੋਂ ਸਿੰਗਤ ਪੈ ਜਾਣੀ ਹੈ। ਰੁਪਇਆਂ ਵੱਲ ਇਸ਼ਾਰਾ ਕਰਕੇ ਇਹਨੂੰ ਸਾਂਭ ਕੇ ਰੱਖ ਲੈ, ਮੈਂ ਜ਼ਰਾ ਜੰਜ ਵੱਲੋਂ ਹੋ ਆਵਾਂ, ਘਰ ਛੱਡ ਕੇ ਨਾ ਜਾਏ। ਸੋ ਇੱਥੇ ਜਿਹੜੀ ਕੌਰਾ ਹੈ ਉਹ ਰਿਸ਼ਤੇ ਦੇ ਲਈ ਹਾਂ ਕਰ ਦਿੰਦੀ ਹੈ। ਔਰ ਇੱਥੇ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਕੌਰਾ ਜਿਹੜੀ ਸੀ ਪਹਿਲਾਂ ਰਿਸ਼ਤੇ ਨੂੰ ਮਨਾ ਕਰਦੀ ਹੈ, ਵਿਰੋਧ ਕਰਦੀ ਹੈ, ਪਰ ਜਦੋਂ ਉਹਨੂੰ ਹੁਸ਼ਿਆਰਚੰਦ ਘਰ ਦੀ ਆਰਥਿਕ ਮਜਬੂਰੀ ਦਾ, ਆਰਥਿਕ ਸਥਿਤੀ ਦਾ ਜਿਹੜਾ ਹੈ ਅਸਲੀ ਚਿੱਤਰ ਵਿਖਾਉਂਦਾ ਆ ਕਿ ਦੋ ਧੀਆਂ ਦਾ ਵਿਆਹ ਕਰਨਾ ਆ, ਖਾਣ ਨੂੰ ਘਰ ਦੇ ਵਿੱਚ ਹੈ ਨਹੀਂ ਹੈ, ਔਰ ਜ਼ਮੀਨ ਜਿਹੜੀ ਮਾੜੀ ਮੋਟੀ ਬਚੀ ਹੈ ਉਹ ਵੀ ਉਹਨਾਂ ਦੇ ਹੱਥੋਂ ਨਿਕਲ ਜਾਣੀ ਹੈ, ਤਾਂ ਕੌਰਾ ਜਿਹੜੀ ਹੈ ਉਹ ਆਪਣੇ ਘਰ ਦੀ ਸਥਿਤੀ ਨੂੰ ਦੇਖਦੇ ਹੋਏ ਇਸ ਰਿਸ਼ਤੇ ਦੇ ਲਈ ਹਾਂ ਕਰਦੀ ਹੈ। ਔਰ ਅਖੀਰ ਦੇ ਵਿੱਚ ਉਹ ਹੁਸ਼ਿਆਰਚੰਦ ਦੇ ਨਾਲ ਜਿਹੜੀ ਹੈ ਆਪਣੀ ਧੀ ਦਾ ਵਿਆਹ ਕਰਨ ਦੇ ਲਈ ਰਾਜ਼ੀ ਹੋ ਜਾਂਦੀ ਹੈ। ਕੌਰਾ ਹੱਥ ਰੁਪਇਆਂ ਵਾਲੀ ਥੈਲੀ ਵਿੱਚ ਪਾਈ, ਚੰਗਾ ਹੋਇਆ ਸ਼ੁਕਰ ਹੈ ਰੱਬ ਦਾ, ਕੁੜੀ ਸਾਡੇ ਘਰੋਂ ਨਿਕਲੂ ਤੇ ਸਾਡੀ ਚਿੰਤਾ ਮੁੱਕੂ। ਰੱਬ ਕੁੜੀਆਂ ਕਿਸੇ ਨੂੰ ਨਾ ਦੇਵੇ, ਧੀਆਂ ਬੇਗਾਨਾ ਮਾਲ, ਕਿ ਧੀਆਂ ਜਿਹੜੀਆਂ ਆ ਬੇਗਾਨਾ ਮਾਲ ਹੀ ਹੁੰਦੀਆਂ ਆ, ਕਿਉਂਕਿ ਧੀਆਂ ਨੇ ਵਿਆਹ ਤੋਂ ਬਾਅਦ ਦੂਸਰੇ ਘਰ ਦੇ ਵਿੱਚ ਜਾਣਾ ਹੁੰਦਾ ਆ। ਇਹਨਾਂ ਦੇ ਬੜੇ ਫਿਕਰ ਹੁੰਦੇ ਨੇ, ਇੱਜ਼ਤ ਨਾਲ ਆਪਣੇ ਘਰ ਜਾਣ ਤਾਂ ਲੱਖ ਵੱਟੀ ਦਾ ਮਤਲਬ ਕਿ ਜੇ ਧੀ ਜਿਹੜੀ ਹੈ ਇੱਜ਼ਤ ਦੇ ਨਾਲ ਆਪਣੇ ਘਰ ਵਿੱਚ ਚਲੇ ਜਾਵੇ ਨਾ ਤੇ ਉਹਦੇ ਨਾਲ ਦੀ ਕੋਈ ਹੋਰ ਰੀਸ ਨਹੀਂ ਹੈ, ਪਰ ਜੇ ਇੱਕ ਵਾਰੀ ਧੀ ਦੀ ਬਦਨਾਮੀ ਹੋ ਜਾਵੇ ਨਾ ਤਾਂ ਫਿਰ ਜਿਹੜੀ ਹੈ ਸਾਰੀ ਉਮਰ ਦੀ ਬੇਇੱਜ਼ਤੀ ਗੱਲ ਪੈ ਜਾਂਦੀ ਹੈ। ਹੁਣ ਮੈਂ ਰਾਣੀ ਨੂੰ ਮਿਲ ਆਵਾਂ, ਪਲਾਂ ਵਿੱਚ ਸਭ ਕੰਮ ਹੋ ਜਾਣੇ ਨੇ, ਲਾਜੋ ਨੂੰ ਤੂੰ ਮੇਰੇ ਨਾਲ ਚੱਲੇਂਗੀ ਕਿ ਇੱਥੇ ਬੈਠਣਾ ਹੈ? ਲਾਜੋ ਮੈਂ ਤਾਂ ਨਾਲ ਹੀ ਚੱਲਾਂਗੀ। ਕੌਰਾ ਤੇ ਲਾਜੋ ਚਲੀਆਂ ਜਾਂਦੀਆਂ ਹਨ। ਉਸ ਵੇਲੇ ਮੇਲੋ ਅੱਖ ਬਚਾ ਕੇ ਅੰਦਰ ਆਉਂਦੀ ਹੈ। ਸੋ ਇੱਥੇ ਜਿਹੜੀ ਹੈ ਕੌਰਾ ਉਹ ਰਿਸ਼ਤੇ ਦੇ ਲਈ ਮੰਨ ਗਈ ਹੈ, ਔਰ ਉਸੇ ਰਾਤ ਜਿਹੜਾ ਹੈ ਮੇਲੋ ਦਾ ਵਿਆਹ ਹੋਣਾ ਆ, ਔਰ ਇਹ ਸਾਰੀ ਗੱਲ ਜਿਹੜੀ ਹੈ ਮੇਲੋ ਨੇ ਆਪਣੇ ਕੰਨੀ ਸੁਣੀ ਹੈ ਕਿ ਕਿਸੇ ਦਾ ਵਿਆਹ ਹੋਣਾ ਆ, ਕਿਤੋਂ ਪੈਸੇ ਮਿਲੇ ਆ, ਪਰ ਉਹਨੂੰ ਜਿਹੜਾ ਹੈ ਹਜੇ ਤੱਕ ਇਸ ਸੱਚਾਈ ਦਾ ਨਹੀਂ ਪਤਾ ਲੱਗਾ ਕਿ ਅਸਲ ਮਾਇਨੇ ਦੇ ਵਿੱਚ ਵਿਆਹ ਹੈ ਕਿਹਦਾ ਆ ਤੇ ਉਹਨਾਂ ਨੂੰ ਪੈਸੇ ਕਿੱਥੋਂ ਮਿਲੇ ਆ। ਸੋ ਇੱਥੋਂ ਤੱਕ ਅੱਜ ਕਰਾਂਗੇ, ਫਿਰ ਇਸ ਤੋਂ ਬਾਅਦ ਨੈਕਸਟ ਜਿਹੜਾ ਹੈ ਉਹ ਅਗਲੇ ਪਾਰਟ ਦੇ ਵਿੱਚ। ਓਕੇ, ਥੈਂਕ ਯੂ।